हेलो स्टूडेंट्स, वेलकम टू एसवी अकेडमी रावला ऑनलाइन क्लासेस। ਅੱਜ मैं क्लास 9th ਵਿੱਚ ਸਬਜੈਕਟ ਪੰਜਾਬੀ ਦਾ ਭਾਗ ਦੂਜਾ ਨੀਤੀ ਕਥਾਵਾਂ ਤੇ ਵਿੱਚੋਂ ਲੈਸਨ ਨੰਬਰ 3 ਟਾਲੀ ਮੇਰੇ ਬੱਚੇ ਪੜ੍ਹਾਉਣ ਜਾ ਰਹੀ ਹਾਂ। ਇਸ ਵਿੱਚ ਇੱਕ ਚਿੜੀ ਹੁੰਦੀ ਹੈ ਜੋ ਟਾਲੀ ਤੇ ਰਹਿੰਦੀ ਹੈ। ਉਹ ਉਹਦੇ ਵਿੱਚ अंडे दिंदी है, टाली दे उत्ते अंडे दिंदी है जिस विचों बच्चे निकलते हैं। बच्चों का वो ढिड भरदी है चुग्गा चुग के। तो बाजरे के खेत चों जदों जिमीदार उन्होंने उड़ाता है तो सारे सिट्टे जो बाजरे के खराब हो जाते हैं। जिमीदार उन्होंने फड़ लैंदा है तो जिमीदार नूं बहुत तरले करदी मिन्नतां करदी मैनूं छड्ड दे, पर जमींदार है जो मनदा नहीं, उन्होंने छड्डदा नहीं। इस तरह वो सब जो भी उन्होंने रस्ते च मिलता है राजे कोल ले जाते होए तां ਉਹ ਉਸਨੂੰ ਮਿੰਨਤਾਂ ਕਰਦੀ ਹੈ ਕਿ ਮੈਨੂੰ ਛੁਡਵਾ ਦੇ। ਨਾ ਆਪਾਂ ਲੈਸਨ ਪੜਾਂਗੇ। ਇੱਕ ਵਾਰੀ ਇੱਕ ਚਿੜੀ ਨੇ ਟਾਹਲੀ ਉੱਤੇ ਆਲਣਾ ਪਾ ਕੇ ਕੁਝ ਅੰਡੇ ਦਿੱਤੇ। ਜਦੋਂ ਉਹਨਾਂ ਵਿੱਚੋਂ ਬੱਚੇ ਨਿਕਲੇ ਤਾਂ ਉਹ ਬੜੀ ਖੁਸ਼ ਹੋਈ। ਚਿੜੀ ਜ਼ਮੀਂਦਾਰ ਦੇ ਖੇਤੋਂ ਦਾਣਾ ਚੁੱਕ ਕੇ ਆਪਣੇ ਬੱਚਿਆਂ ਦਾ ਢਿੱਡ ਭਰਦੀ ਸੀ। ਜ਼ਮੀਂਦਾਰ ਜਿਉਂ ਹੀ ਬਾਜਰੇ ਦੇ ਖੇਤ ਵਿੱਚੋਂ ਉਸਨੂੰ ਉਡਾਉਂਦਾ, ਬਾਜਰੇ ਦੇ ਸਿੱਟੇ ਖਰਾਬ ਹੋ ਜਾਂਦੇ ਸਨ। ਇੱਕ ਵਾਰ ਜ਼ਮੀਂਦਾਰ ਨੇ ਤਰਕੀਬ ਲੜਾ ਕੇ ਚਿੜੀ ਨੂੰ ਫੜ ਲਿਆ। ਚਿੜੀ ਨੇ ਬੜੇ ਤਰਲੇ ਕੀਤੇ, ਮੈਨੂੰ ਛੱਡ ਦੇ, ਪਰ ਜ਼ਿਮੀਂਦਾਰ ਹੈ ਜੋ ਮੰਨਿਆ ਨਾ। ਉਸਨੂੰ ਲੱਗਿਆ ਕਿ ਉਹ ਉਸਨੂੰ ਰਾਜੇ ਕੋਲ ਕੈਦ ਕਰਵਾ ਕੇ ਛੱਡੇਗਾ। ਚਿੜੀ ਨੂੰ ਜ਼ਿਮੀਂਦਾਰ ਉਹ ਕਹਿੰਦਾ ਕਿ ਮੈਂ ਤੈਨੂੰ ਰਾਜੇ ਕੋਲ ਕੈਦ ਕਰਵਾਊਂਗਾ। ਜ਼ਿਮੀਂਦਾਰ ਚਿੜੀ ਨੂੰ ਫੜ ਕੇ ਤੁਰ ਪਿਆ। ਰਸਤੇ ਵਿੱਚ ਦੋਹਾਂ ਨੂੰ ਇੱਕ ਘੋੜਸਵਾਰ ਮਿਲਿਆ। ਘੋੜਸਵਾਰ ਘੋੜੇ 'ਤੇ ਸਵਾਰ ਇੱਕ ਬੰਦਾ ਮਿਲਦਾ ਹੈ। ਚਿੜੀ ਨੇ ਘੋੜਸਵਾਰ ਨੂੰ ਕਿਹਾ, ਮਿੰਨਤਾਂ ਕੀਤੀਆਂ ਕਿ ਉਸ ਨੂੰ ਚੜ੍ਹਾ ਦੇਵੇ। ਚਿੜੀ ਕੀ ਕਹਿੰਦੀ ਹੈ, ਵੇ ਘੋੜੇ ਦੇ ਸਵਾਰਾ ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ ਲੱਕ ਟੁਨੂੰ ਟੁਨੂੰ, ਝੱਲੜ ਝੁੱਲੇ ਉੱਡ ਜਾਣਗੇ ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ ਲੱਕ ਟੁਨੂੰ ਟੁਨੂੰ। ਘੋੜੇ ਦੇ ਸਵਾਰ ਹੁੰਦਾ ਜੋ ਬੰਦਾ ਉਹਨੂੰ ਕੀ ਕਹਿੰਦੀ ਹੈ, ਲੱਕ ਟੁਨੂੰ ਟੁਨੂੰ ਕਹਿੰਦੀ ਟਾਹਲੀ ਤੇ ਮੇਰੇ ਬੱਚੇ ਆ, ਉਹ ਝੱਖੜ ਆਊਗਾ ਤਾਂ ਉੱਡ ਜਾਣਗੇ, ਮੀਂਹ ਪਿਆ ਤਾਂ ਮਰ ਜਾਣਗੇ, ਮੈਨੂੰ ਛੁਡਾ ਦੇ। ਚਿੜੀ ਆਪਣੇ ਬੱਚਿਆਂ ਲਈ ਫਿਕਰਮੰਦ ਸੀ ਕਿਉਂਕਿ ਉਹ ਉਹਨਾਂ ਕੋਲ ਜਾਣਾ ਚਾਹੁੰਦੀ ਸੀ, ਪਰ ਜ਼ਿਮੀਂਦਾਰ ਉਸਨੂੰ ਛੱਡਣ ਲਈ ਤਿਆਰ ਨਹੀਂ ਸੀ। ਚਿੜੀ ਕਾਫੀ ਪਰੇਸ਼ਾਨ ਸੀ। ਚਿੜੀ ਦੀ ਸਥਿਤੀ ਵੇਖ ਘੋੜਸਵਾਰ ਨੂੰ ਤਰਸ ਆ ਗਿਆ। ਉਹ ਜ਼ਿਮੀਂਦਾਰ ਨੂੰ ਕਹਿਣ ਲੱਗਿਆ, ਭਰਾਵਾ ਮੇਰਾ ਘੋੜਾ ਲੈ ਲੈ, ਪਰ ਚਿੜੀ ਨੂੰ ਛੱਡ ਦੇ। ਪਰ ਜ਼ਿਮੀਂਦਾਰ ਅੜਬ ਸੁਭਾਅ ਦਾ ਸੀ, ਉਹ ਨਾ ਮੰਨਿਆ। ਥੋੜ੍ਹੀ ਦੂਰ ਹੋਰ ਚੱਲੇ ਤਾਂ ਇੱਕ ਸ਼ਖਸ ਹਾਥੀ 'ਤੇ ਸਵਾਰ ਮਿਲਿਆ। ਚਿੜੀ ਉਸ ਕੋਲ ਆਪਣਾ ਦੁੱਖੜਾ ਫੋਲਣ ਲੱਗੀ। ਉਸਨੂੰ ਫਰਿਆਦ ਕੀਤੀ ਉਸਨੇ ਕਿ ਇਹ ਹਾਥੀ ਦੇ ਸਵਾਰਾ ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ ਲੱਕ ਟੁਨੂੰ ਟੁਨੂੰ, ਝੱਖੜ ਝੁੱਲੇ ਉੱਡ ਜਾਣਗੇ ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ ਲੱਕ ਟੁਨੂੰ ਟੁਨੂੰ। ਉਹਨੂੰ ਵੀ ਮਿੰਨਤਾਂ ਕਰਦੀ ਹੈ ਇਹ ਹਾਥੀ ਦੇ ਸਵਾਰਾ ਲੱਕ ਟੁਨੂੰ ਟੁਨੂੰ, ਕਿ ਹਾਥੀ ਦੇ ਸਵਾਰ ਮੇਰੇ ਟਾਹਲੀ 'ਤੇ ਬੱਚੇ ਹੈ, ਉਹ ਝੱਖੜ ਆਊਗਾ ਤਾਂ ਝੱਖੜ ਨੀਰੀ ਵਗੈਰਾ ਆਈ ਤਾਂ ਉੱਡ ਜਾਣਗੇ, ਮੀਂਹ ਪਿਆ ਤਾਂ ਮਰ ਜਾਣਗੇ, ਮੈਨੂੰ ਬਚਾ ਲੈ, ਮੈਨੂੰ ਆਜ਼ਾਦ ਕਰਵਾ ਦੇ। ਚਿੜੀ ਦੀ ਤਰਸਯੋਗ ਹਾਲਤ ਵੇਖ ਕੇ ਹਾਥੀ ਸਵਾਰ ਨੇ ਵੀ ਜ਼ਿਮੀਂਦਾਰ ਨੂੰ ਕਿਹਾ, ਵੇ ਭਾਈ ਮੇਰਾ ਹਾਥੀ ਲੈ ਲੈ, ਚਿੜੀ ਨੂੰ ਛੱਡ ਦੇ। ਪਰ ਜ਼ਿਮੀਂਦਾਰ ਫਿਰ ਨਾ ਮੰਨਿਆ। ਆਖਿਰ ਜ਼ਿਮੀਂਦਾਰ ਨੇ ਚਿੜੀ ਨੂੰ ਧਮਕੀ ਦਿੱਤੀ, ਜੇਕਰ ਤੂੰ ਹੁਣ ਫਰਿਆਦ ਕੀਤੀ ਤਾਂ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ। ਚਿੜੀ ਨੂੰ ਕੀ ਕਹਿੰਦਾ ਜ਼ਿਮੀਂਦਾਰ, ਤੂੰ ਕਿਸੇ ਦੇ ਅੱਗੇ ਵੀ ਫਰਿਆਦ ਕੀਤੀ ਨਾ, ਮੈਂ ਤੈਨੂੰ ਮਾਰ ਦੂੰਗਾ। ਫਿਰ ਚਿੜੀ ਵਿਚਾਰੀ ਡਰ ਜਾਂਦੀ ਹੈ ਨਾ, ਪਰ ਫਿਰ ਵੀ ਉਹ ਆਪਣੇ ਬੱਚਿਆਂ ਲਈ ਫਿਕਰਮੰਦ ਹੁੰਦੀ ਹੈ। ਉਹ ਆਪਣੇ ਘਰ ਜਾਣਾ ਚਾਹੁੰਦੀ ਹੈ, ਆਪਣੇ ਬੱਚਿਆਂ ਕੋਲ ਜਾਣਾ ਚਾਹੁੰਦੀ ਹੈ ਨਾ। ਉਹ ਫਿਰ ਅੱਗੋਂ ਕੋਈ ਮਿਲੂਗਾ ਫਿਰ ਫਰਿਆਦ ਕਰੂਗੀ। ਅੱਗੋਂ ਕੀ ਕਹਿੰਦੀ ਹੈ ਜਦੋਂ ਉਹਨੂੰ ਕਹਿੰਦਾ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ, ਤਾਂ ਦੇਖਦੇ ਆਪਾਂ ਅੱਗੇ। ਚਿੜੀ ਵਿਚਾਰੀ ਚੁੱਪ ਹੋ ਗਈ। ਜਦੋਂ ਉਹ ਦੋਵੇਂ ਰਾਜੇ ਦੇ ਦਰਬਾਰ ਪਹੁੰਚੇ ਤਾਂ ਜ਼ਿਮੀਂਦਾਰ ਨੇ ਚਿੜੀ ਵਿਰੁੱਧ ਸ਼ਿਕਾਇਤ ਕੀਤੀ। ਜਦੋਂ ਚਿੜੀ ਵਿਚਾਰੀ ਚੁੱਪ ਹੋ ਗਈ, ਜਦੋਂ ਰਾਜੇ ਦੇ ਦਰਬਾਰ ਪਹੁੰਚੇ ਤਾਂ ਜ਼ਿਮੀਂਦਾਰ ਨੇ ਚਿੜੀ ਵਿਰੁੱਧ ਸ਼ਿਕਾਇਤ ਕੀਤੀ। ਰਾਜੇ ਨੇ ਜਿਉਂ ਹੀ ਚਿੜੀ ਤੋਂ ਜਵਾਬ ਮੰਗਿਆ, ਚਿੜੀ ਕਹਿਣ ਲੱਗੀ ਕਿ ਰਾਜਾ ਜੀ
ਮੈਂ ਕਾਫੀ ਸਮੇਂ ਤੋਂ ਖੇਤ ਵਿੱਚ ਰਹਿ ਰਹੀ ਹਾਂ। ਮੈਂ ਇਸ ਖੇਤ ਦੇ ਕੀੜੇ ਮਾਰ ਕੇ ਖੇਤ ਨੂੰ ਬਰਬਾਦ ਹੋਣ ਤੋਂ ਬਚਾਉਂਦੀ ਹਾਂ, ਆਪਣਾ ਢਿੱਡ ਭਰਦੀ ਹਾਂ। ਮੇਰੀਆਂ ਪੁਸ਼ਤਾਂ ਇਸ ਖੇਤ ਵਿੱਚ ਹੀ ਵਸਦੀਆਂ ਰਹੀਆਂ ਹਨ, ਮੇਰਾ ਕੋਈ ਕਸੂਰ ਨਹੀਂ। ਰਾਜਾ ਚਿੜੀ ਦੀ ਗੱਲ ਸੁਣ ਕੇ ਖੁਸ਼ ਹੋਇਆ ਅਤੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਚਿੜੀ ਨੂੰ ਚਾਂਦੀ ਦੇ ਘੁੰਗਰੂ ਬਣਵਾ ਕੇ ਪਹਿਨਾ ਦਿਓ ਅਤੇ ਖੁੱਲ੍ਹਾ ਛੱਡ ਦਿਓ। ਨਾਲ ਹੀ ਹੁਕਮ ਦਿੱਤਾ ਕਿ ਜ਼ਮੀਂਦਾਰ ਨੂੰ ਕੈਦ ਕਰ ਲਿਆ ਜਾਵੇ, ਕਿਉਂਕਿ ਉਸਨੇ ਚਿੜੀ ਨੂੰ ਨਜਾਇਜ਼ ਤੰਗ ਕੀਤਾ ਅਤੇ ਉਸ ਦਾ ਦਿਲ ਦੁਖਾਇਆ ਹੈ। ਜਿਉਂ ਹੀ ਜ਼ਿਮੀਂਦਾਰ ਨੂੰ ਹਵਾਲਾਤ ਵਿੱਚ ਕੀਤਾ ਗਿਆ, ਚਿੜੀ ਫਿਰ ਗੁਣਗੁਣਾਉਣ ਲੱਗਦੀ ਹੈ, ਮੇਰੇ ਪੈਰੀ ਚਾਂਦੀ ਦੇ ਘੁੰਗਰੂ, ਲੱਕ ਟੁਨੂੰ ਟੁਨੂੰ, ਤੇਰੇ ਪੈਰੀ ਰੱਸੇ। ਲੱਕ ਟੁਨੂੰ ਟੁਨੂੰ ਚਿੜੀ ਖੁਸ਼ੀ ਖੁਸ਼ੀ ਉੱਡ ਗਈ ਅਤੇ ਜਾ ਕੇ ਬੱਚਿਆਂ ਕੋਲ ਰਹਿਣ ਲੱਗੀ। ਇਸ ਤਰ੍ਹਾਂ ਉਸਨੂੰ ਫੜਨ ਦੀ ਸਜ਼ਾ ਜ਼ਿਮੀਂਦਾਰ ਨੂੰ ਹੀ ਮਿਲੀ, ਕਿਉਂਕਿ ਉਸਨੂੰ ਨਜਾਇਜ਼ ਤੰਗ ਕੀਤਾ ਸੀ ਉਸਨੇ, ਹੈ ਨਾ। ਉਹ ਤਾਂ ਵਿਚਾਰੀ ਬੇਕਸੂਰ ਸੀ। ਉਹ ਰਾਜੇ ਅੱਗੇ ਕੀ ਕਹਿੰਦੀ, ਰਾਜੇ ਦੀ ਚਿੜੀ ਚਲਾਕ ਹੁੰਦੀ ਹੈ ਤਾਂ ਉਹ ਕੀ ਕਹਿੰਦੀ ਹੈ ਕਿ ਮੇਰੀਆਂ ਪੁਸ਼ਤਾਂ ਤੋਂ, ਯਾਨੀ ਮੇਰੀਆਂ ਪੁਸ਼ਤਾਂ ਇੱਥੋਂ ਪਿਛਲੇ ਮੇਰੇ ਜੋ ਚਾਚੇ ਤਾਏ, ਮਤਲਬ ਜੋ ਫੈਮਿਲੀ ਸੀ ਪੂਰੀ, ਪੁਸ਼ਤਾਂ ਤੋਂ ਕਦੋਂ ਤੋਂ ਇਸ ਖੇਤ ਵਿੱਚ ਰਹਿ ਰਹੇ ਹੈ, ਅਤੇ ਮੇਰਾ ਕੋਈ ਕਸੂਰ ਨਹੀਂ। ਕਹਿੰਦੀ ਮੈਂ ਤਾਂ ਇਹਦੇ ਖੇਤ ਦੇ ਕੀੜੇ ਮਾਰਦੀ ਹਾਂ, ਖੇਤ ਨੂੰ ਵਧੀਆ ਰੱਖਦੀ ਹਾਂ ਅਤੇ ਆਪਣਾ ਢਿੱਡ ਭਰਦੀ ਹਾਂ। ਅਤੇ ਫਿਰ ਰਾਜੇ ਨੂੰ ਉਹਦੀ ਗੱਲ ਬਹੁਤ ਪਸੰਦ ਆਉਂਦੀ ਹੈ, ਉਹਦੇ ਪੈਰਾਂ ਦੇ ਘੁੰਗਰੂ ਪਵਾ ਦਿੰਦਾ ਉਹਨੂੰ ਚਾਂਦੀ ਦੇ, ਅਤੇ ਫਿਰ ਉਹ ਆਪਣੇ ਬੱਚਿਆਂ ਕੋਲ ਖੁਸ਼ੀ ਖੁਸ਼ੀ ਚਲੀ ਜਾਂਦੀ ਹੈ। ਹੁਣ ਆਪਾਂ ਇਸ ਦੇ ਕੁਐਸਚਨ ਆਨਸਰ ਕਰਾਂਗੇ। ਜ਼ਮੀਂਦਾਰ ਦੇ ਖੇਤ ਵਿੱਚ, ਪਹਿਲਾ ਪ੍ਰਸ਼ਨ ਕੀ ਹੈ, ਜ਼ਮੀਂਦਾਰ ਦੇ ਖੇਤ ਵਿੱਚ ਕਿਹੜੀ ਫਸਲ ਬੀਜੀ ਹੋਈ ਸੀ? ਕਿਹੜੀ ਫਸਲ ਬੀਜੀ ਸੀ? ਬਾਜਰੇ ਦੀ ਫਸਲ। ਜ਼ਿਮੀਂਦਾਰ ਦੇ ਖੇਤ ਵਿੱਚ ਬਾਜਰੇ ਦੀ ਫਸਲ ਬੀਜੀ ਹੋਈ ਸੀ। ਕਿਹੜੀ ਫਸਲ ਬੀਜੀ ਸੀ? ਬਾਜਰੇ ਦੀ ਫਸਲ। ਜ਼ਿਮੀਂਦਾਰ ਦੇ ਖੇਤ ਵਿੱਚ ਕਿਹੜੀ ਫਸਲ ਬੀਜੀ ਸੀ? ਜ਼ਿਮੀਂਦਾਰ ਦੇ ਖੇਤ ਵਿੱਚ ਉੱਤਰ ਇਹਦਾ ਬਾਜਰੇ ਦੀ ਫਸਲ ਬੀਜੀ ਹੋਈ ਸੀ। ਸੈਕਿੰਡ ਪ੍ਰਸ਼ਨ ਹੈ, ਚਿੜੀ ਨੇ ਘੋੜਸਵਾਰ ਕੋਲ ਕੀ ਫਰਿਆਦ ਕੀਤੀ? ਪਹਿਲਾਂ ਘੋੜਸਵਾਰ ਮਿਲਦਾ ਨਾ ਉਹਨੂੰ, ਜੋ ਘੋੜੇ 'ਤੇ ਸਵਾਰ ਹੁੰਦਾ ਹੈ, ਉਹਨੂੰ ਕੀ ਮਿੰਨਤਾਂ ਕਰਦੀ ਹੈ ਜਦੋਂ ਉਹਨੂੰ ਜ਼ਮੀਂਦਾਰ ਫੜ ਕੇ ਲੈ ਜਾ ਰਿਹਾ ਅੰਦਰ ਰਾਜੇ ਕੋਲੋਂ ਕੈਦ ਕਰਾਉਣ ਲਈ? ਕੀ ਕਹਿੰਦੀ ਹੈ? ਚਿੜੀ ਨੇ ਘੋੜਸਵਾਰ ਨੂੰ ਮਿੰਨਤ ਕੀਤੀ ਕਿ ਉਹ ਉਸਨੂੰ ਜ਼ਿਮੀਂਦਾਰ ਦੀ ਕੈਦ ਤੋਂ ਛੁਡਵਾ ਦੇਵੇ, ਅਤੇ ਉਹ ਆਪਣੇ ਬੱਚਿਆਂ ਲਈ ਫਿਕਰਮੰਦ ਹੈ। ਘੋੜਸਵਾਰ ਨੂੰ ਕੀ ਕਹਿੰਦੀ ਹੈ? ਵੇ ਘੋੜੇ ਦੇ ਸਵਾਰਾ, ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ, ਲੱਕ ਟੁਨੂੰ ਟੁਨੂੰ, ਝੱਖੜ ਝੁੱਲੇ ਉੱਡ ਜਾਣਗੇ, ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ, ਲੱਕ ਟੁਨੂੰ ਟੁਨੂੰ। ਵੇਖੋ ਫਿਰ ਇਸ ਦਾ ਉੱਤਰ। ਚਿੜੀ ਨੇ ਘੋੜਸਵਾਰ ਨੂੰ ਮਿੰਨਤ ਕੀਤੀ ਕਿ ਉਹ ਉਸਨੂੰ ਜ਼ਿਮੀਂਦਾਰ ਦੀ ਕੈਦ ਤੋਂ ਛੁਡਵਾ ਦੇਵੇ, ਉਹ ਆਪਣੇ ਬੱਚਿਆਂ ਲਈ ਫਿਕਰਮੰਦ ਹੈ। ਘੋੜਸਵਾਰ ਨੂੰ ਕੀ ਕਹਿੰਦੀ ਹੈ? ਵੇ ਘੋੜੇ ਦੇ ਸਵਾਰਾ, ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ, ਲੱਕ ਟੁਨੂੰ ਟੁਨੂੰ, ਝੱਖੜ ਝੁੱਲੇ ਉੱਡ ਜਾਣਗੇ, ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ, ਲੱਕ ਟੁਨੂੰ ਟੁਨੂੰ। ਘੋੜਸਵਾਰ ਨੇ ਜ਼ਿਮੀਂਦਾਰ ਨੂੰ ਕੀ ਕਿਹਾ ਸੀ ਫਿਰ? ਅਤੇ ਥਰਡ ਕੁਐਸਚਨ ਹੈ, ਘੋੜਸਵਾਰ ਨੇ ਜ਼ਿਮੀਂਦਾਰ ਨੂੰ ਕੀ ਕਿਹਾ? ਉੱਤਰ ਇਹਦਾ ਦੇਖੋ। ਘੋੜਸਵਾਰ ਜ਼ਿਮੀਂਦਾਰ ਨੂੰ ਕੀ ਕਹਿੰਦਾ ਹੈ ਕਿ ਉਹ ਉਸਦਾ ਘੋੜਾ ਲੈ ਲਵੇ ਅਤੇ ਚਿੜੀ ਨੂੰ ਛੱਡ ਦੇਵੇ। ਕੀ ਕਹਿੰਦਾ ਘੋੜਸਵਾਰ ਜ਼ਿਮੀਂਦਾਰ ਨੂੰ? ਕਿ ਘੋੜਸਵਾਰ ਜ਼ਿਮੀਂਦਾਰ ਨੂੰ ਕਹਿੰਦਾ ਹੈ ਕਿ ਉਹ ਉਸਦਾ ਘੋੜਾ ਲੈ ਲਵੇ ਪਰ ਚਿੜੀ ਨੂੰ ਛੱਡ ਦੇਵੇ। ਚੌਥਾ ਪ੍ਰਸ਼ਨ ਹੈ, ਚਿੜੀ ਨੇ ਹਾਥੀ ਸਵਾਰ ਕੋਲ ਕਿੰਝ ਫਰਿਆਦ ਕੀਤੀ? ਚਿੜੀ ਨੇ ਹਾਥੀ ਸਵਾਰ ਕੋਲ ਕਿੰਝ ਫਰਿਆਦ ਕੀਤੀ? ਕੀ ਫਰਿਆਦ ਕਰਦਾ ਹੈ? ਚਿੜੀ ਨੇ ਹਾਥੀ ਸਵਾਰ ਅੱਗੇ ਫਰਿਆਦ ਕੀਤੀ, ਵੇ ਹਾਥੀ ਦੇ ਸਵਾਰਾ, ਲੱਕ ਟੁਨੂੰ ਟੁਨੂੰ, ਵੇ ਹਾਥੀ ਦੇ ਸਵਾਰਾ, ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ, ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ, ਲੱਕ ਟੁਨੂੰ ਟੁਨੂੰ, ਝੱਖੜ ਝੁੱਲੇ ਉੱਡ ਜਾਣਗੇ, ਲੱਕ ਟੁਨੂੰ ਟੁਨੂੰ। ਫਿਰ ਕਹਿੰਦੇ ਲੱਟ ਲਿਖਿਆ ਇੱਥੇ, ਲੱਕ ਲਿਖਣਾ ਤੁਸੀਂ। ਝੱਖੜ ਝੁੱਲੇ ਉੱਡ ਜਾਣਗੇ, ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ, ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ, ਲੱਕ ਟੁਨੂੰ ਟੁਨੂੰ। ਫਿਰ ਦੇਖੋ ਇਸਨੇ ਕੀ ਕਿਹਾ ਸੀ ਹਾਥੀ ਸਵਾਰ ਨੂੰ? ਵੇ ਹਾਥੀ ਦੇ ਸਵਾਰਾ, ਲੱਕ ਟੁਨੂੰ ਟੁਨੂੰ, ਟਾਹਲੀ ਮੇਰੇ ਬੱਚੇ, ਲੱਕ ਟੁਨੂੰ ਟੁਨੂੰ, ਝੱਖੜ ਝੁੱਲੇ ਉੱਡ ਜਾਣਗੇ, ਲੱਕ ਟੁਨੂੰ ਟੁਨੂੰ, ਮੀਂਹ ਪਿਆ ਮਰ ਜਾਣਗੇ, ਲੱਕ ਟੁਨੂੰ ਟੁਨੂੰ।
इस तरह फरियाद करती है भी हाथी दे सवार मेरे बच्चे टाली ते हैं। झक्खड़ आऊगा मींह नेरी आऊ तो हों उड जाणगे, मींह आऊगा तो मर जाणगे, झक्खड़ आऊगा तो उड जाणगे। हुण 5th नंबर क्वेश्चन करांगे। चिड़ी दे वार वार कहण ते फरियाद करन ते जिमीदार ने की धमकी दित्ती। जिमीदार चिड़ी दे वार वार कहण ते यानी फरियाद करदी है ना भी मैनू छड्ड दे तो जिमीदार की कहंदा है उसनूं। आपां देखदे हां की धमकी दिंदा है। उत्तर है जिमीदार ने चिड़ी नूं जानों मारन दी धमकी दित्ती। जिमीदार ने चिड़ी नूं जानों मारन दी धमकी दित्ती सी ना। तुसीं पढ़िआ ही है लैसन च ना कि जदों चिड़ी है जो टाली घोड़े दे सवार ते हाथी दे सवार नूं मिन्नतां करदी है, फरियाद करदी कि मैनूं छुड़ा दिओ, तां जिमीदार कहंदा है कि जे तू हुण बोली ना तैनूं मैं मार दूंगा। इस तरह अगे 6th नंबर क्वेश्चन है। राजे कोल चिड़ी ने की दस्सिया। राजे कोल चिड़ी ने की दस्सिया। की दसदी है राजे कोल चिड़ी। चिड़ी राजे नूं दसदी है कि ਉਹ ਕਾਫੀ ਸਮੇਂ ਤੋਂ ਜ਼ਿਮੀਦਾਰ ਦੇ ਖੇਤ ਵਿੱਚ ਰਹਿ ਰਹੀ ਹੈ। ਕਿ ਉਹ ਕਾਫੀ ਸਮੇਂ ਤੋਂ ਜ਼ਿਮੀਦਾਰ ਦੇ ਖੇਤ ਵਿੱਚ ਰਹਿ ਰਹੀ ਹੈ। ਉਹ ਖੇਤ ਦੇ ਕੀੜੇ ਮਾਰ ਕੇ ਖੇਤ ਨੂੰ ਬਰਬਾਦ ਹੋਣ ਤੋਂ ਬਚਾਉਂਦੀ ਹੈ ਤੇ अपना ढिड भरदी है। उस दियां इत्थे आऊगा उस दियां पुश्तां इस खेत विच ही वसदियां रहियां हन। उसदा कोई कसूर नहीं। की कहंदी है चिड़ी। चिड़ी राजे नूं दसदी है कि ਉਹ ਕਾਫੀ ਸਮੇਂ ਤੋਂ ਜ਼ਿਮੀਦਾਰ ਦੇ ਖੇਤ ਵਿੱਚ ਰਹਿ ਰਹੀ ਹੈ। ਉਹ ਖੇਤ ਦੇ ਕੀੜੇ ਮਾਰ ਕੇ ਖੇਤ ਨੂੰ ਬਰਬਾਦ ਹੋਣ ਤੋਂ ਬਚਾਉਂਦੀ ਹੈ ਤੇ ਆਪਣਾ ਢਿੱਡ ਭਰਦੀ ਹੈ। ਉਸ ਦੀਆਂ ਪੁਸ਼ਤਾਂ ਇਸ ਖੇਤ ਵਿੱਚ ਹੀ ਵਸਦੀਆਂ ਰਹੀਆਂ ਹਨ। ਉਸ ਦਾ ਕੋਈ ਕਸੂਰ ਨਹੀਂ। राजा फिर प्रसन्न हो जाता ना उनकी गल सुन के। फिर वह की करता है, खुश हो जाता। फिर वह की कहता नौकरां नूं भी कहंदे चांदी दे घुंघरू पवा दो ते इहनूं छड्ड दिओ ते जिमीदार नूं कैद कर दिओ क्योंकि इसनूं तंग कीता उसने। हुण क्वेश्चन अगला है। राजे ने चिड़ी दी की मदद कीती। राजे ने चिड़ी दी की मदद कीती। उत्तर है राजा चिड़ी दी गल सुन के खुश हुंदा है। राजा चिड़ी दी गल सुन के खुश हुंदा है। ਉਹ ਨੌਕਰਾਂ ਨੂੰ ਇਹ ਹੁਕਮ ਦਿੰਦਾ ਹੈ ਕਿ चिड़ी ਨੂੰ ਚਾਂਦੀ ਦੇ ਘੁੰਗਰੂ ਬਣਵਾ ਕੇ ਪਹਿਨਾਏ ਜਾਣ ਤੇ ਉਸਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ। ਰਾਜੇ ने इत्थे ने आएगा। यह भी हुक्म राजा यह भी हुक्म दिंदा है। ने नहीं आएगा। राजा यह भी हुक्म दिंदा है कि जिमीदार नूं कैद कर लिया जावे। एक बार फिर इहदा क्वेश्चन दा आंसर देखते हैं आपां। राजा चिड़ी दी गल सुन के खुश हुंदा है। ਉਹ ਨੌਕਰਾਂ ਨੂੰ ਹੁਕਮ ਦਿੰਦਾ ਹੈ ਕਿ ਚਿੜੀ ਨੂੰ ਚਾਂਦੀ ਦੇ ਘੁੰਗਰੂ ਬਣਵਾ ਕੇ ਪਹਿਨਾਏ ਜਾਣ ਤੇ ਉਸਨੂੰ ਖੁੱਲ੍ਹਾ ਛੱਡ ਦਿੱਤਾ ਜਾਵੇ। ਰਾਜਾ ਇਹ ਵੀ ਹੁਕਮ ਦਿੰਦਾ ਹੈ ਕਿ ਜ਼ਿਮੀਦਾਰ ਨੂੰ ਕੈਦ ਕਰ ਲਿਆ ਜਾਵੇ। इस तरह ये तुहाडे सारे क्वेश्चन आंसर हो गए। और ये लैसन है जो तुसी ये लैसन तुहाडा कंप्लीट होया नीति कथावां दा। ई लैसन 3rd लैसन कंप्लीट होया है।
ਇਸ ਦੇ ਕੁਐਸਚਨ ਆਨਸਰ ਤੁਸੀਂ ਆਪਣੀ ਨੋਟਬੁੱਕ 'ਚ ਕਰਨੇ ਹੈ, ਲਰਨ ਵੀ ਕਰਨੇ ਹੈ, ਵਰਕ ਸਾਫ ਸੁੰਦਰ ਕਰਨਾ ਹੈ, ਕੰਪਲੀਟ ਰੱਖਣਾ ਵਰਕ। ਸਿਲੇਬਸ ਚੱਲ ਰਿਹਾ ਨਾਲ ਨਾਲ ਤੁਸੀਂ ਆਪਦਾ ਲਰਨ ਵੀ ਕਰਦੇ ਰਹਿਣਾ ਹੈ। ਥੈਂਕ ਯੂ ਸਟੂਡੈਂਟਸ।